ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਗਣਿਤ ਦਾ 15ਵਾਂ ਅਧਿਆਇ ਹੈ ਗ੍ਰਾਫਾਂ ਬਾਰੇ ਜਾਣਕਾਰੀ। ਇੰਟਰੋਡਕਸ਼ਨ ਟੂ ਗ੍ਰਾਫਸ। तो ਅੱਜ ਦੇ ਇਸ ਲੈਸਨ ਵਿੱਚ ਅਸੀਂ ਗ੍ਰਾਫਾਂ ਦੇ ਬਾਰੇ ਮੁੱਢਲੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਾਂਗੇ, ਉਹਦੇ ਤੇ ਚਰਚਾ ਕਰਾਂਗੇ। ਛੋਟੀਆਂ ਕਲਾਸਿਸ ਦੇ ਵਿੱਚ ਅਸੀਂ ਬਾਰ ਗ੍ਰਾਫ ਤੇ ਆਇਤ ਚਿੱਤਰ ਵਗੈਰਾ ਪੜ੍ਹ ਕੇ ਆਏ ਹਾਂ। ਇਹਨਾਂ ਦੇ ਨਾਲ ਸੰਬੰਧਿਤ ਸਵਾਲ ਵੀ ਆਪਾਂ ਹੱਲ ਕੀਤੇ ਹੋਏ ਨੇ 7ਵੀਂ ਕਲਾਸ ਦੇ ਵਿੱਚ। ਅੱਜ ਦੇ ਇਸ ਲੈਸਨ ਵਿੱਚ ਅਸੀਂ ਇਹਨਾਂ ਹੀ ਗ੍ਰਾਫਾਂ ਦੇ ਬਾਰੇ ਪਹਿਲਾਂ ਚਰਚਾ ਕਰਾਂਗੇ, ਬਾਰ ਗ੍ਰਾਫ, ਫਿਰ ਆਇਤ ਚਿੱਤਰ, ਉਸ ਤੋਂ ਬਾਅਦ ਅਸੀਂ ਚੱਕਰ ਗ੍ਰਾਫ ਦੇ ਬਾਰੇ ਗੱਲ ਕਰਾਂਗੇ, ਫਿਰ ਰੇਖਾ ਗ੍ਰਾਫ ਦੇ ਬਾਰੇ ਵੀ ਗੱਲ ਕਰਾਂਗੇ। ਇਸ ਅਧਿਆਇ ਦੇ ਵਿੱਚ ਮੁੱਖ ਤੌਰ ਤੇ ਅਸੀਂ 15.1 ਅਭਿਆਸ ਦੇ ਵਿੱਚ ਰੇਖਾ ਗ੍ਰਾਫ ਦੇ ਬਾਰੇ ਜਿਹੜੀ ਚਰਚਾ ਕਰਾਂਗੇ। ਅਲੱਗ-ਅਲੱਗ ਸਥਿਤੀਆਂ ਦੇ ਸਵਾਲ ਜਿਹੜੇ ਉਹ ਅਸੀਂ ਹੱਲ ਕਰਾਂਗੇ, ਠੀਕ ਹੈ। ਤੋ ਅੱਜ ਦੇ ਇਸ ਸੈਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮੁੱਢਲੇ ਜਿਹੜੇ ਗ੍ਰਾਫ ਨੇ ਸਾਡੇ ਕੋਲ ਬਾਰ ਗ੍ਰਾਫ, ਆਇਤ ਗ੍ਰਾਫ, ਚੱਕਰ ਗ੍ਰਾਫ ਜਾਂ ਜਿਹਨੂੰ ਅਸੀਂ ਪਾਈ ਚਾਰਟ ਵੀ ਬੋਲਦੇ ਹਾਂ, ਤੇ ਰੇਖਾ ਗ੍ਰਾਫ, ਉਹਨਾਂ ਦੇ ਬਾਰੇ ਬੇਸਿਕ ਜਿਹੜੀ ਜਾਣਕਾਰੀ ਹੈ ਉਹ ਅਸੀਂ ਪ੍ਰਾਪਤ ਕਰਾਂਗੇ, ਠੀਕ ਹੈ। ਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਗਣਿਤ ਦੀ ਕਿਤਾਬ, ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤੇ ਅੱਜ ਦੇ ਲੈਸਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੋਵੋਗੇ, ਠੀਕ ਹੈ ਸਟੂਡੈਂਟਸ। ਤੋਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਤੁਸੀਂ ਅਖਬਾਰਾਂ, ਦੂਰਦਰਸ਼ਨ, ਮੈਗਜ਼ੀਨਾਂ, ਪੁਸਤਕਾਂ ਆਦਿ ਵਿੱਚ ਗ੍ਰਾਫ ਦੇਖੇ ਹਨ। ਤੁਸੀਂ ਬੱਚਿਓ ਬਹੁਤ ਵਾਰ ਦੇਖਿਆ ਹੋਵੇਗਾ ਅਖਬਾਰ ਦੇ ਵਿੱਚ ਜਾਂ ਟੀਵੀ ਦੇ ਉੱਤੇ ਜਾਂ ਮੈਗਜ਼ੀਨਸ ਦੇ ਵਿੱਚ ਗ੍ਰਾਫ ਜਿਹੜੇ ਬਣੇ ਹੋਏ ਹੁੰਦੇ ਹਨ। ਜਾਣਕਾਰੀ ਹੈ ਸਾਨੂੰ ਅਲੱਗ-ਅਲੱਗ ਸਥਿਤੀਆਂ ਦੀ, ਉਹ ਗ੍ਰਾਫਾਂ ਦੇ ਨਾਲ ਜਿਹੜੀ ਸਾਨੂੰ ਉਹ ਦਰਸਾਈ ਗਈ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਅਸੀਂ ਜਿਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ, ਕਰੋਨਾ ਜਿਹੜਾ ਹੈ ਵਾਇਰਸ, ਇਹ ਸਾਰੇ ਪਾਸੇ ਫੈਲ ਰਿਹਾ ਹੈ, ਠੀਕ ਹੈ। ਤੇ ਕੋਵਿਡ-19 ਦੇ ਨਾਲ ਸਾਰੇ ਲੋਕ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਹਨ। ਤੋ ਇਹਦੇ ਵਿੱਚ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਅਲੱਗ-ਅਲੱਗ ਸਾਧਨਾਂ ਦੇ ਨਾਲ ਜਿਹੜੀ ਸਰਕਾਰ ਸਾਨੂੰ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਉਹ ਵੀ ਗ੍ਰਾਫਾਂ ਦੇ ਰੂਪ ਦੇ ਵਿੱਚ ਦਰਸਾਈ ਗਈ ਹੁੰਦੀ ਹੈ, ਠੀਕ ਹੈ। ਤੋ ਇਸੇ ਢੰਗ ਦੇ ਨਾਲ ਅਲੱਗ-ਅਲੱਗ ਢੰਗ ਦੀਆਂ ਅਲੱਗ-ਅਲੱਗ ਸਥਿਤੀਆਂ, ਅਲੱਗ-ਅਲੱਗ ਅੰਕੜਿਆਂ ਨੂੰ ਗ੍ਰਾਫਾਂ ਦੇ ਨਾਲ ਆਮ ਤੌਰ ਤੇ ਦਰਸਾਇਆ ਜਾਂਦਾ ਤੁਸੀਂ ਦੇਖਿਆ ਹੋਵੇਗਾ, ਠੀਕ ਹੈ। ਗ੍ਰਾਫਾਂ ਦਾ ਉਦੇਸ਼ ਸੰਖਿਆਤਮਕ ਤੱਥਾਂ ਨੂੰ ਚਿੱਤਰਾਂ ਦੁਆਰਾ ਦਿਖਾਉਣਾ ਹੈ, ਜਿਸ ਨਾਲ ਉਹ ਜਲਦੀ, ਸੌਖੇ ਅਤੇ ਸਪਸ਼ਟ ਢੰਗ ਨਾਲ ਸਮਝੇ ਜਾ ਸਕਣ, ਠੀਕ ਹੈ। ਅੰਕੜੇ ਜੋ ਵੀ ਸਾਨੂੰ ਦਿੱਤੇ ਗਏ ਹੋਣ, ਉਹਨੂੰ ਜੇਕਰ ਚਿੱਤਰ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਹੋਵੇ, ਉਹਨੂੰ ਸਮਝਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਸੌਖਾ ਰਹਿੰਦਾ ਹੈ। ਇਸ ਤਰ੍ਹਾਂ ਗ੍ਰਾਫ ਇਕੱਤਰ ਕੀਤੇ ਅੰਕੜਿਆਂ ਦਾ ਚਿੱਤਰਾਂ ਦੁਆਰਾ ਪ੍ਰਦਰਸ਼ਨ ਹੈ। ਅੰਕੜਿਆਂ ਨੂੰ ਸਾਰਣੀ ਨਾਲ ਵੀ ਦਰਸਾਇਆ ਜਾ ਸਕਦਾ ਹੈ, ਪਰੰਤੂ ਗ੍ਰਾਫ ਦੁਆਰਾ ਪੇਸ਼ਕਾਰੀ ਸਮਝਣ ਵਿੱਚ ਬਹੁਤ ਆਸਾਨ ਹੈ, ਠੀਕ ਹੈ। ਕੋਈ ਵੀ ਸਾਨੂੰ ਅੰਕੜੇ ਦਿੱਤੇ ਹੋਣ, ਉਹਨੂੰ ਸੌਖੇ ਢੰਗ ਨਾਲ ਸਮਝਣ ਦੇ ਲਈ ਅਸੀਂ ਸਾਰਣੀ ਦੀ ਵਰਤੋਂ ਵੀ ਕਰਦੇ ਹਾਂ, ਪਰ ਸਾਰਣੀ ਤੋਂ ਵੀ ਜੇਕਰ ਅਸੀਂ ਸੌਖੇ ਢੰਗ ਦੇ ਨਾਲ ਕਿਸੇ ਚੀਜ਼ ਨੂੰ ਦਰਸਾਉਣਾ ਚਾਹੁੰਦੇ ਹਾਂ ਤਾਂ ਉਹ ਸਾਡੇ ਕੋਲ ਗ੍ਰਾਫ ਜਿਹੜਾ ਉਸਦਾ ਬਹੁਤ ਵਧੀਆ ਮਾਧਿਅਮ ਹੈ, ਠੀਕ ਹੈ। ਅੰਕੜਿਆਂ ਦਾ ਰੁਝਾਨ ਜਾਂ ਉਹਨਾਂ ਦੀ ਤੁਲਨਾ ਦਿਖਾਉਣ ਦੇ ਲਈ ਤਾਂ ਇਹ ਬਹੁਤ ਉਪਯੋਗੀ ਹੁੰਦੇ ਹਨ। ਅਸੀਂ ਹੁਣ ਤੱਕ ਅਨੇਕਾਂ ਪ੍ਰਕਾਰ ਦੇ ਗ੍ਰਾਫ ਦੇਖ ਚੁੱਕੇ ਹਾਂ, ਆਓ ਉਹਨਾਂ ਨੂੰ ਯਾਦ ਕਰ ਲਈਏ, ਠੀਕ ਹੈ। ਤਾਂ ਜਿਹੜੇ ਗ੍ਰਾਫ ਅਸੀਂ ਛੋਟੀਆਂ ਕਲਾਸਿਸ ਦੇ ਵਿੱਚ ਪੜ੍ਹ ਕੇ ਵੀ ਆਏ ਹਾਂ ਤੇ ਆਪਾਂ ਉਹਨਾਂ ਦੇ ਬਾਰੇ ਅੱਜ ਦੇ ਲੈਸਨ ਦੇ ਵਿੱਚ ਚਰਚਾ ਕਰਾਂਗੇ, ਠੀਕ ਹੈ ਵਿਦਿਆਰਥੀਓ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਾਰ ਗ੍ਰਾਫ ਦੇ ਬਾਰੇ। ਬਾਰ ਗ੍ਰਾਫ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਤੁਲਨਾ ਕਰਨ ਦੇ ਕੰਮ ਆਉਂਦਾ ਹੈ। ਇਸ ਵਿੱਚ ਦੋ ਜਾਂ ਜ਼ਿਆਦਾ ਸਮਾਨਾਂਤਰ ਖੜਵੇਂ ਜਾਂ ਲੇਟਵੇਂ ਬਾਰ ਜਾਂ ਆਇਤ ਹੁੰਦੇ ਹਨ। ਚਿੱਤਰ 15.1 ਵਿੱਚ ਬਾਰ ਗ੍ਰਾਫ ਸਾਨੂੰ ਦਰਸਾਇਆ ਗਿਆ ਹੈ, ਉਹ ਆਪਾਂ ਦੇਖ ਲੈਂਦੇ ਹਾਂ। ਚਿੱਤਰ 15.1 ਵਿੱਚ ਬਾਰ ਗ੍ਰਾਫ ਅਨੂ ਦੁਆਰਾ ਸਾਲ ਦੌਰਾਨ ਲਈਆਂ 3 ਪ੍ਰੀਖਿਆਵਾਂ ਵਿੱਚ ਗਣਿਤ ਦੇ ਪ੍ਰਾਪਤ ਅੰਕਾਂ ਨੂੰ ਦਰਸਾਉਂਦਾ ਹੈ। ਇਹ ਤੁਹਾਨੂੰ ਉਸ ਦੀ ਕਾਰਗੁਜ਼ਾਰੀ ਦੀ ਤੁਲਨਾ ਆਸਾਨੀ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਤਰੱਕੀ ਚੰਗੀ ਹੈ। ਤੋ ਇਸ ਗ੍ਰਾਫ ਦੇ ਵਿੱਚ ਸਾਨੂੰ ਕੀ ਦਰਸਾਇਆ ਗਿਆ ਹੈ, ਤੁਸੀਂ ਬੜੇ ਧਿਆਨ ਦੇ ਨਾਲ ਦੇਖ ਸਕਦੇ ਹੋ। ਇਹਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਹੇਠਾਂ ਇੱਕ ਜਿਹੜੀ ਰੇਖਾ ਹੁੰਦੀ ਹੈ, ਜਿਹਨੂੰ ਅਸੀਂ ਲੇਟਵੀਂ ਰੇਖਾ ਜਾਂ ਅਸੀਂ ਇਹਨੂੰ ਐਕਸ ਤੁਰਾ ਵੀ ਕਹਿੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਇਹ ਸਾਡੇ ਕੋਲ ਖੜਵੀਂ ਰੇਖਾ ਹੈ, ਇਹਨੂੰ ਅਸੀਂ ਵਾਈ ਤੁਰਾ ਵੀ ਕਹਿੰਦੇ ਹਾਂ, ਠੀਕ ਹੈ। ਲੇਟਵੀਂ ਰੇਖਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਤੀਰ ਦੇ ਨਿਸ਼ਾਨ ਦੇ ਨਾਲ ਅਵਧੀ ਜਿਹੜਾ ਲਿਖਿਆ ਹੋਇਆ, ਅਵਧੀ ਭਾਵ ਹੈ ਕਿ ਇਹ ਸਾਡੇ ਕੋਲ ਫਸਟ, ਸੈਕਿੰਡ ਤੇ ਥਰਡ ਜਿਹੜੇ ਐਗਜ਼ਾਮ ਹੋਏ ਨੇ, ਉਹਦੇ ਪਹਿਲਾ, ਦੂਜਾ ਤੇ ਤੀਜਾ ਜਿਹੜੀਆਂ ਪ੍ਰੀਖਿਆਵਾਂ ਹੋਈਆਂ ਨੇ, ਉਹਨਾਂ ਨੂੰ ਲੇਟਵੀਂ ਰੇਖਾ ਦੇ ਉੱਤੇ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਖੜਵੀਂ ਰੇਖਾ ਦੇ ਵਿੱਚ ਗਣਿਤ ਵਿੱਚ ਉਸ ਦੁਆਰਾ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਇਆ ਗਿਆ ਹੈ, ਠੀਕ ਹੈ। ਇੱਥੇ ਅੰਕਾਂ ਨੂੰ ਦਰਸਾਇਆ ਗਿਆ ਹੈ 10, 20, 30, 40, 50।
ਤੋ ਗ੍ਰਾਫ ਦੇ ਵਿੱਚ ਜਦੋਂ ਸਾਡੇ ਕੋਲ ਮੰਨ ਲਓ ਕਿਸੇ ਬੱਚੇ ਦੇ 10 ਅੰਕ ਨੇ, ਤਾਂ ਉਹਦਾ ਜਿਹੜਾ ਅਸੀਂ ਇਹ ਬਾਰ ਬਣਾਵਾਂਗੇ, ਛੜ ਬਣਾਵਾਂਗੇ, ਉਹਦੀ ਉਚਾਈ ਅਸੀਂ 10 ਤੱਕ ਰੱਖਾਂਗੇ। ਜੇਕਰ ਉਚਾਈ ਜਿਹੜੀ ਹੈ ਬਾਰ ਦੀ ਉਹ 30 ਤੱਕ ਹੈ, ਭਾਵ ਕਿ ਵਿਦਿਆਰਥੀ ਨੇ 30 ਅੰਕ ਪ੍ਰਾਪਤ ਕੀਤੇ ਹਨ। ਜੇਕਰ ਜਿਹੜੀ ਉਚਾਈ ਹੈ 50 ਤੱਕ ਹੈ, ਤਾਂ ਇਹਦਾ ਮਤਲਬ ਕਿ ਵਿਦਿਆਰਥੀ ਨੇ ਜਿਹੜੇ ਅੰਕ ਨੇ ਉਹ 50 ਪ੍ਰਾਪਤ ਕੀਤੇ ਨੇ। ਇਸ ਤੋਂ ਇਲਾਵਾ ਜੇਕਰ ਸਾਡੇ ਕੋਲ ਜਿਹੜੀ ਬਾਰ ਦੀ ਉਚਾਈ ਹੈ ਉਹ ਮੰਨ ਲਓ ਕਿ 20 ਅਤੇ 30 ਦੇ ਵਿਚਕਾਰ ਵਾਲੇ ਇਸ ਬਿੰਦੂ ਦੇ ਉੱਤੇ ਰੁਕ ਜਾਂਦੀ ਹੈ, ਤਾਂ ਇਹਦਾ ਭਾਵ ਹੈ ਕਿ ਉਸਨੇ 20 ਅਤੇ 30 ਦਾ ਜੋ ਮੱਧ ਬਿੰਦੂ ਹੈ, ਭਾਵ 25 ਅੰਕ ਜਿਹੜੇ ਉਹ ਪ੍ਰਾਪਤ ਕੀਤੇ ਨੇ। ਠੀਕ ਹੈ, ਤੋ ਗ੍ਰਾਫ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਜਿਹੜੀ ਫਰਸਟ ਉਹਦੀ ਪ੍ਰੀਖਿਆ ਹੈ, ਪਹਿਲੀ ਪ੍ਰੀਖਿਆ ਦੇ ਵਿੱਚ ਅਨੂ ਦੀ ਜਿਹੜੀ ਅੰਕ ਜਿਹੜੇ ਉਹ ਦਰਸਾਏ ਗਏ ਨੇ ਬਾਰ ਦੇ ਨਾਲ, ਉਹਦੀ ਜਿਹੜੀ ਉਚਾਈ ਹੈ ਉਹ ਤੁਸੀਂ ਦੇਖ ਸਕਦੇ ਹੋ 25 ਤੱਕ ਹੈ, 20 ਅਤੇ 30 ਦੇ ਵਿਚਕਾਰ। ਇਹਦਾ ਭਾਵ ਹੈ ਕਿ ਅਨੂ ਨੇ ਪਹਿਲੀ ਪ੍ਰੀਖਿਆ ਦੇ ਵਿੱਚ ਗਣਿਤ ਦੇ ਵਿੱਚ 25 ਅੰਕ ਜਿਹੜੇ ਨੇ ਉਹ ਪ੍ਰਾਪਤ ਕੀਤੇ ਸਨ। ਠੀਕ ਹੈ, ਇਸ ਤੋਂ ਬਾਅਦ ਦੂਸਰੀ ਪ੍ਰੀਖਿਆ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਬਾਰ ਦੀ ਜਿਹੜੀ ਉਚਾਈ ਹੈ ਉਹ ਪਹਿਲਾਂ ਨਾਲੋਂ ਵੱਧ ਗਈ ਹੈ, ਭਾਵ ਕਿ ਇਸ ਵਾਰ ਅਨੂ ਨੇ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਨੇ, ਔਰ ਬਾਰ ਦੀ ਉਚਾਈ ਜਿਹੜੀ ਹੈ ਉਹ ਸਾਨੂੰ ਦੱਸਦੀ ਹੈ ਕਿ ਅਨੂ ਨੇ 30 ਅੰਕ ਜਿਹੜੇ ਉਹ ਪ੍ਰਾਪਤ ਕੀਤੇ ਨੇ। ਠੀਕ ਹੈ, ਇਸੇ ਢੰਗ ਦੇ ਨਾਲ ਤੀਜੀ ਪ੍ਰੀਖਿਆ ਦੀ ਉਚਾਈ ਹੋਰ ਜ਼ਿਆਦਾ ਵੱਧ ਜਾਂਦੀ ਹੈ, ਤੇ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਤੀਸਰੀ ਪ੍ਰੀਖਿਆ ਦੇ ਵਿੱਚ, ਗਣਿਤ ਦੀ ਤੀਸਰੀ ਪ੍ਰੀਖਿਆ ਦੇ ਵਿੱਚ ਅਨੂ ਨੇ ਜਿਹੜੇ ਨੇ ਉਹ 45 ਅੰਕ ਪ੍ਰਾਪਤ ਕੀਤੇ ਨੇ। 40 ਅਤੇ 50 ਦੇ ਮੱਧ ਦੀ ਉਚਾਈ ਹੈ ਸਾਡੇ ਕੋਲ ਇਸ ਬਾਰ ਦੀ, ਤੋਂ 45 ਅੰਕ ਜਿਹੜੇ ਇਸ ਪ੍ਰੀਖਿਆ ਦੇ ਵਿੱਚ ਅਨੂ ਨੇ ਪ੍ਰਾਪਤ ਕੀਤੇ ਨੇ। ਤੋ ਇਸ ਗ੍ਰਾਫ ਨੂੰ ਦੇਖ ਕੇ ਅਸੀਂ ਬੜੀ ਆਸਾਨੀ ਦੇ ਨਾਲ ਦੱਸ ਸਕਦੇ ਹਾਂ ਕਿ ਜਿਹੜੀ ਅਨੂ ਹੈ ਉਹ ਅੱਗੇ ਤੋਂ ਅੱਗੇ ਮਿਹਨਤ ਕਰਕੇ ਗਣਿਤ ਦੇ ਵਿੱਚ ਜ਼ਿਆਦਾ ਅੰਕ ਲਿਆਉਣ ਦੀ ਕੋਸ਼ਿਸ਼ ਵਿੱਚ ਹੈ, ਤੇ ਉਸ ਦੇ ਅੰਕ ਜਿਹੜੇ ਉਹ ਜ਼ਿਆਦਾ ਆ ਵੀ ਰਹੇ ਨੇ। ਠੀਕ ਹੈ, ਜਿਵੇਂ ਫਸਟ ਪ੍ਰੀਖਿਆ ਦੇ ਵਿੱਚ ਪਹਿਲੀ ਦੇ ਵਿੱਚ ਉਹਦੇ 25 ਅੰਕ ਆਏ ਸੀ, ਦੂਜੀ ਪ੍ਰੀਖਿਆ ਦੇ ਵਿੱਚ 5 ਅੰਕ ਹੋਰ ਵੱਧ ਕੇ 30 ਅੰਕ ਉਸਨੇ ਪ੍ਰਾਪਤ ਕੀਤੇ। ਉਸ ਤੋਂ ਬਾਅਦ ਤੀਜੀ ਪ੍ਰੀਖਿਆ ਦੇ ਵਿੱਚ ਉਸਨੇ ਦੂਜੀ ਪ੍ਰੀਖਿਆ ਨਾਲੋਂ 15 ਅੰਕ ਜ਼ਿਆਦਾ ਪ੍ਰਾਪਤ ਕਰਕੇ ਕੁੱਲ 45 ਅੰਕ ਜਿਹੜੇ ਉਹ ਪ੍ਰਾਪਤ ਕੀਤੇ। ਸੋ ਅਸੀਂ ਕਹਿ ਸਕਦੇ ਹਾਂ ਕਿ ਸਮੇਂ ਦੇ ਨਾਲ ਨਾਲ ਅਨੂ ਜਿਹੜੀ ਹੈ ਉਹ ਤਰੱਕੀ ਕਰ ਰਹੀ ਹੈ, ਆਪਣੇ ਗਣਿਤ ਵਿਸ਼ੇ ਦੇ ਵਿੱਚ ਸੁਧਾਰ ਕਰ ਰਹੀ ਹੈ। ਠੀਕ ਹੈ, ਇਸ ਤੋਂ ਬਾਅਦ ਆਓ ਅੱਗੇ ਚੱਲਦੇ ਹਾਂ। ਬਾਰ ਗ੍ਰਾਫ ਵਿੱਚ ਦੋਹਰੇ ਬਾਰ ਵੀ ਹੋ ਸਕਦੇ ਹਨ, ਜਿਵੇਂ ਕਿ ਚਿੱਤਰ 15.2 ਵਿੱਚ। ਇਹ ਗ੍ਰਾਫ ਕਿਸੇ 2 ਦਿਨਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਫਲਾਂ ਦੀ ਵਿਕਰੀ ਦਾ ਤੁਲਨਾਤਮਕ ਬਿਊਰਾ ਹੈ। ਠੀਕ ਹੈ, ਤਾਂ ਆਓ ਅਸੀਂ ਚਿੱਤਰ 15.2 ਜਿਹੜਾ ਉਹ ਦੇਖਦੇ ਹਾਂ, ਜਿਹਦੇ ਵਿੱਚ ਸਾਨੂੰ ਕੁਝ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ। ਇਹਦੇ ਵਿੱਚ ਵਿਦਿਆਰਥੀਓ ਆਪਾਂ ਦੇਖ ਸਕਦੇ ਹਾਂ ਜਿਹੜਾ ਸਾਡੇ ਕੋਲ ਐਕਸ ਧੁਰਾ ਹੈ, ਜਾਂ ਅਸੀਂ ਕਹਿ ਸਕਦੇ ਹਾਂ ਲੇਟਵੀਂ ਜਿਹੜੀ ਰੇਖਾ ਹੈ ਸਾਡੇ ਕੋਲ ਲੇਟਵਾਂ ਧੁਰਾ ਹੈ, ਇਹਦੇ ਵਿੱਚ ਫਲਾਂ ਨੂੰ ਦਰਸਾਇਆ ਗਿਆ ਹੈ। ਪਹਿਲਾਂ ਇੱਥੇ ਸਾਡੇ ਕੋਲ ਅੰਬ ਨੇ, ਫਿਰ ਸੇਬ ਨੇ, ਸੰਤਰੇ ਨੇ, ਪਪੀਤਾ ਹੈ ਤੇ ਕੇਲੇ। ਇਸ ਦੇ ਨਾਲ ਨਾਲ ਇੱਥੇ ਸਾਡੇ ਕੋਲ ਉੱਪਰ ਛੜਾਂ ਵੀ ਬਣਾਈਆਂ ਗਈਆਂ ਨੇ, ਜਿਨ੍ਹਾਂ ਨੂੰ ਅਸੀਂ ਬਾਰ ਕਹਿੰਦੇ ਹਾਂ। ਠੀਕ ਹੈ, ਔਰ ਇਹਦੇ 'ਚ ਜਿਹੜੀਆਂ ਬਾਰਸ ਨੇ ਜਾਂ ਛੜਾਂ ਨੇ ਉਹ ਸਾਡੇ ਕੋਲ 2 ਪ੍ਰਕਾਰ ਦੀਆਂ ਨੇ, ਇੱਕ ਗੂੜੇ ਰੰਗ ਦੀਆਂ ਨੇ ਔਰ ਇੱਕ ਸਾਡੇ ਕੋਲ ਹਲਕੇ ਰੰਗ ਦੀਆਂ ਨੇ, ਹਲਕੇ ਗ੍ਰੇ ਰੰਗ ਦੀਆਂ ਨੇ। ਜਿਹੜੀ ਸਾਡੇ ਕੋਲ ਗੂੜੇ ਰੰਗ ਦੀ ਬਾਰ ਹੈ ਉਹ ਸੋਮਵਾਰ ਨੂੰ ਹੋਈ ਫਲਾਂ ਦੀ ਵਿਕਰੀ ਨੂੰ ਦਰਸਾਉਂਦੀ ਹੈ, ਤੇ ਜਿਹੜੀ ਸਾਡੇ ਕੋਲ ਹਲਕੇ ਰੰਗ ਦੀ ਬਾਰ ਹੈ ਜਾਂ ਛੜ ਹੈ ਇਹ ਮੰਗਲਵਾਰ ਨੂੰ ਫਲਾਂ ਦੀ ਹੋਈ ਵਿਕਰੀ ਨੂੰ ਦਰਸਾਉਂਦੀ ਹੈ। ਠੀਕ ਹੈ, ਤੋ ਇਹ ਸਾਡੇ ਕੋਲ ਫਲਾਂ ਦੇ ਨਾਮ ਸਾਰੇ ਲਿਖੇ ਹੋਏ ਨੇ, ਔਰ ਇੱਥੇ ਤੁਸੀਂ ਖੜਵੀਂ ਰੇਖਾ ਦੇ ਨਾਲ ਦੇਖ ਸਕਦੇ ਹੋ ਇੱਥੇ ਵਿਕਰੀ ਕਿਲੋਗ੍ਰਾਮਾਂ ਦੇ ਵਿੱਚ ਦਰਸਾਈ ਗਈ ਹੈ। 5 ਕਿਲੋਗ੍ਰਾਮ, 10 ਕਿਲੋਗ੍ਰਾਮ, 15 ਕਿਲੋਗ੍ਰਾਮ, 20 ਕਿਲੋਗ੍ਰਾਮ। ਤੋ ਕਿਸੇ ਵੀ ਬਾਰ ਦੀ ਜਿੰਨੀ ਉਚਾਈ ਹੈ ਉਸ ਤੋਂ ਅਸੀਂ ਉਚਾਈ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦਿਨ ਉਸ ਪਾਰਟਿਕੂਲਰ ਫਲ ਦੀ ਜਿਹੜੀ ਵਿਕਰੀ ਹੈ ਉਹ ਕਿੰਨੇ ਕਿਲੋਗ੍ਰਾਮ ਹੋਈ ਹੈ। ਜਿਵੇਂ ਕਿ ਅੰਬ ਦੀ ਅਗਰ ਅਸੀਂ ਗੱਲ ਕਰੀਏ ਤਾਂ ਸੋਮਵਾਰ ਨੂੰ ਅੰਬ ਦੀ ਜਿਹੜੀ ਸਾਡੇ ਕੋਲ ਵਿਕਰੀ ਹੈ ਉਹ ਗੂੜੇ ਰੰਗ ਦੀ ਬਾਰ ਇਸ ਦੀ ਅੰਬ ਦੀ ਵਿਕਰੀ ਨੂੰ ਦਰਸਾ ਰਹੀ ਹੈ। ਇਸ ਦੀ ਜਿਹੜੀ ਉਚਾਈ ਹੈ ਉਹ 15 ਅਤੇ 20 ਦੇ ਵਿਚਕਾਰ ਹੈ, ਭਾਵ ਕਿ 17.5। ਇਹਦਾ ਮਤਲਬ ਅੰਬ ਦੀ ਜਿਹੜੀ ਵਿਕਰੀ ਸੋਮਵਾਰ ਨੂੰ ਹੋਈ ਹੈ ਉਹ 17.5 ਕਿਲੋਗ੍ਰਾਮ ਹੋਈ ਹੈ। ਠੀਕ ਹੈ, ਔਰ ਇਸੇ ਢੰਗ ਦੇ ਨਾਲ ਮੰਗਲਵਾਰ ਦੀ ਅਗਰ ਗੱਲ ਕਰੀਏ, ਮੰਗਲਵਾਰ ਨੂੰ ਜਿਹੜੀ ਬਾਰ ਦੀ ਉਚਾਈ ਹੈ ਉਹ ਸਾਡੇ ਕੋਲ 25 ਅਤੇ 20 ਦੇ ਵਿਚਕਾਰ ਇੱਥੇ ਬਣਦੀ ਹੈ। ਇਹਦਾ ਭਾਵ ਹੈ 22.5। ਠੀਕ ਹੈ ਨਾ, 22.5। ਇਹਦਾ ਮਤਲਬ ਮੰਗਲਵਾਰ ਨੂੰ ਅੰਬ ਦੇ ਫਲਾਂ ਦੀ ਜਿਹੜੀ ਵਿਕਰੀ ਹੈ ਉਹ 22.5 ਕਿਲੋਗ੍ਰਾਮ ਹੋਈ ਹੈ। ਠੀਕ ਹੈ, ਇਸੇ ਹੀ ਤਰੀਕੇ ਦੇ ਨਾਲ ਅਸੀਂ ਸੇਬ ਦੀ ਜਿਹੜੀ ਵਿਕਰੀ ਹੈ ਦੋਨੋਂ ਦਿਨਾਂ ਦੇ ਵਿੱਚ ਦੇਖ ਸਕਦੇ ਹਾਂ, ਸੰਤਰੇ ਦੀ ਵਿਕਰੀ ਵੀ ਦੇਖ ਸਕਦੇ ਹਾਂ, ਪਪੀਤੇ ਦੀ ਵਿਕਰੀ ਵੀ ਦੇਖ ਸਕਦੇ ਹਾਂ ਤੇ ਕੇਲੇ ਦੀ ਵਿਕਰੀ ਵੀ ਦੇਖ ਸਕਦੇ ਹਾਂ। ਗ੍ਰਾਫ ਤੋਂ ਸਾਨੂੰ ਇੱਕ ਜਾਣਕਾਰੀ ਕੀ ਮਿਲਦੀ ਹੈ ਕਿ ਸੇਬ ਦੀ ਵਿਕਰੀ ਜਿਹੜੀ ਹੈ ਉਹ ਦੋਨੋਂ ਦਿਨਾਂ ਦੇ ਵਿੱਚ ਬਾਕੀ ਦੇ ਫਲਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਹੋਈ ਹੈ, ਜਦ ਕਿ ਸੰਤਰੇ ਦੀ ਜਿਹੜੀ ਵਿਕਰੀ ਹੈ ਉਹ ਬਾਕੀ ਫਲਾਂ ਦੇ ਨਾਲੋਂ ਵੱਧ ਹੋਈ ਹੈ। ਇਸੇ ਢੰਗ ਦੇ ਨਾਲ ਕੇਲੇ ਦੀ ਵਿਕਰੀ ਵੀ ਕਾਫੀ ਜ਼ਿਆਦਾ ਹੋਈ ਹੈ। ਠੀਕ ਹੈ, ਤੋ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਪਹਿਲੇ
ਜਿਹੜੇ ਤਿੰਨ ਫਲ ਨੇ ਸਾਡੇ ਕੋਲ ਅੰਬ, ਸੇਬ ਤੇ ਸੰਤਰੇ, ਇਹਨਾਂ ਦੇ ਵਿੱਚ ਅਗਰ ਅਸੀਂ ਦੇਖੀਏ, ਛੜਾਂ ਨੂੰ ਦੇਖੀਏ, ਵਾਰਾਂ ਨੂੰ ਦੇਖੀਏ, ਤਾਂ ਮੰਗਲਵਾਰ ਨੂੰ ਜਿਹੜੀ ਵਿਕਰੀ ਹੈ ਉਹ ਸੋਮਵਾਰ ਦੇ ਮੁਕਾਬਲੇ ਫਲ ਦੀ ਜ਼ਿਆਦਾ ਹੋਈ ਹੈ। ਜਿੱਦਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਜਿਹੜੀ ਮੰਗਲਵਾਰ ਨੂੰ ਵਿਕਰੀ ਹੈ ਉਹ ਲੰਬੀ ਛੜ ਦੇ ਨਾਲ ਦਰਸਾਈ ਗਈ ਹੈ। ਇਸੇ ਢੰਗ ਦੇ ਨਾਲ ਸੰਤਰੇ ਦੇ ਵਿੱਚ ਵੀ ਜਿਹੜੀ ਸੋਮਵਾਰ ਦੀ ਵਿਕਰੀ ਹੈ ਉਹਦੇ ਨਾਲੋਂ ਮੰਗਲਵਾਰ ਦੀ ਜਿਹੜੀ ਵਿਕਰੀ ਵਾਲੀ ਛੜ ਹੈ ਉਹ ਉੱਚੀ ਹੈ। ਇਹਦਾ ਮਤਲਬ ਮੰਗਲਵਾਰ ਨੂੰ ਜਿਹੜੀ ਸੰਤਰੇ ਦੀ ਵਿਕਰੀ ਜ਼ਿਆਦਾ ਹੋਈ ਹੈ। ਪਪੀਤੇ ਦੀ ਜੇਕਰ ਅਸੀਂ ਗੱਲ ਕਰੀਏ, ਪਪੀਤਾ ਸਾਡੇ ਕੋਲ ਸੋਮਵਾਰ ਅਤੇ ਮੰਗਲਵਾਰ ਦੋਨੋਂ ਹੀ ਦਿਨ ਬਰਾਬਰ ਰੂਪ ਦੇ ਵਿੱਚ ਇਹਦੀ ਵਿਕਰੀ ਹੋਈ ਹੈ, ਜਿਹੜੀ ਕਿ ਅਸੀਂ ਸਾਹਮਣੇ ਦੇਖ ਸਕਦੇ ਹਾਂ 22.5 ਕਿਲੋਗ੍ਰਾਮ ਹੈ। ਤੇ ਕੇਲੇ ਦੀ ਵਿਕਰੀ ਦੀ ਗੱਲ ਕਰੀਏ ਤਾਂ ਉਹ ਸੋਮਵਾਰ ਨੂੰ ਜ਼ਿਆਦਾ ਹੋਈ ਹੈ। ਸੋਮਵਾਰ ਨੂੰ ਸਾਡੇ ਕੋਲ ਇਹਦੀ ਜਿਹੜੀ ਵਿਕਰੀ ਹੈ ਉਹ 32.5 ਕਿਲੋਗ੍ਰਾਮ ਹੋਈ ਹੈ, ਜਦ ਕਿ ਮੰਗਲਵਾਰ ਨੂੰ ਕੇਲੇ ਦੀ ਜਿਹੜੀ ਵਿਕਰੀ ਹੈ ਉਹ 27.5 ਕਿਲੋਗ੍ਰਾਮ ਹੋਈ ਹੈ। ਠੀਕ ਹੈ, ਤੋ ਇਸ ਤਰ੍ਹਾਂ ਅਸੀਂ 2 ਦਿਨਾਂ ਦੀਆਂ ਜਿਹੜੀਆਂ ਸਾਡੇ ਕੋਲ ਫਲਾਂ ਦੀਆਂ ਵਿਕਰੀਆਂ ਸਨ ਉਹਨਾਂ ਨੂੰ ਅਸੀਂ ਬਾਰ ਗ੍ਰਾਫ ਦੇ ਨਾਲ ਉਹਨਾਂ ਦੀ ਤੁਲਨਾ ਜਿਹੜੀ ਆ ਉਹ ਕਰਕੇ ਜਾਣਕਾਰੀ ਨੂੰ ਚੰਗੇ ਢੰਗ ਦੇ ਨਾਲ ਸਮਝ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਤੋ ਇਸ ਤੋਂ ਬਾਅਦ ਆਓ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਹੈ ਚੱਕਰ ਗ੍ਰਾਫ ਜਾਂ ਪਾਈ ਗ੍ਰਾਫ, ਅਸੀਂ ਇਹਨੂੰ ਕਹਿੰਦੇ ਹਾਂ। ਇੱਕ ਚੱਕਰ ਗ੍ਰਾਫ ਕਿਸੇ ਇੱਕ ਸੰਪੂਰਨ ਦੇ ਵੱਖ-ਵੱਖ ਭਾਗਾਂ ਦੀ ਤੁਲਨਾ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। ਚੱਕਰ ਇੱਕ ਸੰਪੂਰਨ ਹੈ, ਚੱਕਰ ਜਿਹੜਾ ਇਹ ਪੂਰਾ ਹੈ, 100% ਹੈ, 100% ਹੈ। ਇਹਦੇ ਵਿੱਚੋਂ ਅਲੱਗ-ਅਲੱਗ ਭਾਗਾਂ ਨੂੰ ਅਲੱਗ-ਅਲੱਗ ਪ੍ਰਤੀਸ਼ਤਤਾ ਦਰਸਾਉਣ ਦੇ ਲਈ ਜਿਹੜਾ ਅਸੀਂ ਉਹ ਵੰਡਿਆ ਹੈ। ਚਿੱਤਰ 15.3 ਇੱਕ ਚੱਕਰ ਗ੍ਰਾਫ ਹੈ, ਇਹ ਸਾਡੇ ਕੋਲ ਚੱਕਰ ਗ੍ਰਾਫ ਹੈ। ਇਹ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ ਦੇ ਦਰਸ਼ਕਾਂ ਦੀ ਪ੍ਰਤੀਸ਼ਤਤਾ ਨੂੰ ਦਰਸਾਉਂਦਾ ਹੈ। ਹੁਣ ਦੂਰਦਰਸ਼ਨ ਨੂੰ, ਜਿਹੜੇ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਨੇ ਉਹਨਾਂ ਨੂੰ ਲੋਕ ਜਿਹੜੇ ਉਹ ਅਲੱਗ-ਅਲੱਗ ਮੰਤਵ ਦੇ ਲਈ ਦੇਖਦੇ ਨੇ। ਕਿਸੇ ਨੂੰ ਮਨੋਰੰਜਨ ਜਿਹੜਾ ਕਰਨਾ ਉਹ ਚੰਗਾ ਲੱਗਦਾ ਹੈ, ਉਹ ਮਨੋਰੰਜਨ ਵਾਲੇ ਪ੍ਰੋਗਰਾਮ ਜ਼ਿਆਦਾ ਦੇਖਦੇ ਨੇ। ਕਈਆਂ ਨੂੰ ਖੇਡਾਂ ਦੇ ਵਿੱਚ ਰੁਚੀ ਹੈ, ਉਹ ਖੇਡਾਂ ਵਾਲੇ ਚੈਨਲ ਜਿਹੜੇ ਉਹ ਜ਼ਿਆਦਾ ਦੇਖਦੇ ਨੇ। ਕੁਝ ਖਬਰਾਂ ਵਾਲੀ ਚੈਨਲ ਨੂੰ ਦੇਖਦੇ ਨੇ, ਤੇ ਕੁਝ ਜਿਹੜੇ ਲੋਕ ਨੇ, ਕੁਝ ਦਰਸ਼ਕ ਨੇ, ਉਹ ਸਿਰਫ ਆਮ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਹੀ ਟੀਵੀ ਚੈਨਲਾਂ ਨੂੰ ਦੇਖਦੇ ਨੇ। ਠੀਕ ਹੈ, ਤੋ ਗ੍ਰਾਫ ਤੋਂ ਦੇਖ ਕੇ ਅਸੀਂ ਬੜੀ ਆਸਾਨੀ ਦੇ ਨਾਲ ਸਮਝ ਸਕਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਭਾਗ ਹੈ ਇਹ ਸਾਡੇ ਕੋਲ 50% ਹੈ। ਇਸ ਪੂਰੇ ਚੱਕਰ ਦਾ ਅੱਧਾ ਹੈ, ਅੱਧਾ ਭਾਵ 50% ਮਤਲਬ 50%, ਭਾਵ ਕਿ ਦਰਸ਼ਕਾਂ ਦਾ 50% ਐਸਾ ਹੈ ਜਿਹੜਾ ਕਿ ਸਿਰਫ ਤੇ ਸਿਰਫ ਮਨੋਰੰਜਨ ਦੇ ਲਈ ਦੂਰਦਰਸ਼ਨ ਦੇ ਚੈਨਲਾਂ ਨੂੰ ਦੇਖਦਾ ਹੈ। ਠੀਕ ਹੈ, ਔਰ ਇਸ ਤੋਂ ਇਲਾਵਾ ਅਸੀਂ ਦੇਖ ਸਕਦੇ ਹਾਂ ਇਸ ਤੋਂ ਜਿਹੜਾ ਛੋਟਾ ਭਾਗ ਹੈ ਸਾਡੇ ਕੋਲ, ਇਹ ਹਲਕੇ ਰੰਗ ਦੇ ਵਿੱਚ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਅਗਲੇ ਨੂੰ ਥੋੜਾ ਜਿਹਾ ਗੂੜਾ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਅਗਲਾ ਜਿਹੜਾ ਭਾਗ ਹੈ ਉਹ ਵੀ ਥੋੜਾ ਜਿਹਾ ਹੋਰ ਗੂੜਾ ਕਰ ਦਿੱਤਾ ਗਿਆ ਹੈ, ਤੇ ਚੌਥਾ ਭਾਗ ਜਿਹੜਾ ਹੈ ਉਹ ਕਾਫੀ ਗੂੜਾ ਜਿਹੜਾ ਇਹਦੇ 'ਚ ਕੀਤਾ ਗਿਆ ਹੈ, ਲਗਭਗ ਕਾਲਾ ਆਪਾਂ ਇਹਨੂੰ ਕਹਿ ਸਕਦੇ ਹਾਂ ਇਸ ਖੇਤਰ ਨੂੰ। ਠੀਕ ਹੈ, ਤੋ ਹਰ ਖੇਤਰ ਜਿਹੜਾ ਉਹ ਅਲੱਗ-ਅਲੱਗ ਚੀਜ਼ ਨੂੰ ਦਰਸਾਉਂਦਾ। ਇਸ ਤੋਂ ਬਾਅਦ ਖੇਡਾਂ ਦੇ ਲਈ 25% ਜਿਹੜੇ ਨੇ ਉਹ ਸਿਰਫ ਖੇਡਾਂ ਦੇ ਵਿੱਚ ਉਹਨਾਂ ਦੀ ਰੁਚੀ ਹੈ, ਤੇ ਖੇਡਾਂ ਦੀ ਜਾਣਕਾਰੀ ਜਾਂ ਖੇਡਾਂ ਨੂੰ ਦੇਖਣ ਦੇ ਲਈ ਉਹ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ ਨੂੰ ਦੇਖਦੇ ਨੇ। ਇਸ ਤੋਂ ਬਾਅਦ 15% ਇਹੋ ਜਿਹੇ ਦਰਸ਼ਕ ਨੇ ਜਿਹੜੇ ਖਬਰਾਂ ਦੇ ਲਈ ਦੂਰਦਰਸ਼ਨ ਦੇ ਚੈਨਲਾਂ ਨੂੰ ਦੇਖਦੇ ਨੇ। 15% ਦਾ ਮਤਲਬ ਅਸੀਂ ਕਹਿ ਸਕਦੇ ਹਾਂ 100 ਦੇ ਵਿੱਚੋਂ 15 ਜਾਣੇ ਖਬਰਾਂ ਦੇ ਲਈ ਹੀ ਚੈਨਲ ਨੂੰ ਦੇਖਦੇ ਨੇ। ਇਸ ਤੋਂ ਬਾਅਦ 10% ਇਹੋ ਜਿਹੇ ਦਰਸ਼ਕ ਨੇ ਜਿਹੜੇ ਸਿਰਫ ਆਮ ਜਾਣਕਾਰੀ ਨੂੰ ਪ੍ਰਾਪਤ ਕਰਨ ਦੇ ਲਈ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ ਨੂੰ ਦੇਖਦੇ ਨੇ। ਤੋ ਇਸ ਪੂਰੇ ਚੱਕਰ ਨੂੰ ਦੇਖ ਕੇ ਅਸੀਂ ਬਹੁਤ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਭ ਤੋਂ ਵੱਧ ਲੋਕ ਜਿਹੜੇ ਨੇ ਉਹ ਮਨੋਰੰਜਨ ਦੇ ਲਈ ਟੀਵੀ ਚੈਨਲਾਂ ਨੂੰ ਦੇਖਦੇ ਨੇ, ਤੇ ਸਭ ਤੋਂ ਘੱਟ ਆਮ ਜਾਣਕਾਰੀ ਦੇ ਲਈ ਟੀਵੀ ਚੈਨਲਾਂ ਨੂੰ ਦੇਖਦੇ ਨੇ। ਨਾਲ ਦੀ ਨਾਲ ਪ੍ਰਤੀਸ਼ਤਤਾ ਵੀ ਦਰਸਾਈ ਗਈ ਹੈ, ਤੇ ਚੱਕਰ ਦੇ ਖੇਤਰ ਵੀ ਉਸੇ ਢੰਗ ਦੇ ਨਾਲ ਜਿਹੜੇ ਵੰਡੇ ਗਏ। ਤੋ ਇਸ ਢੰਗ ਦੇ ਨਾਲ ਅਸੀਂ ਚੱਕਰ ਗ੍ਰਾਫ ਤੋਂ ਜਾਂ ਪਾਈ ਗ੍ਰਾਫ ਤੋਂ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਜਾਣਕਾਰੀ ਹੈ ਉਹਨੂੰ ਇਕੱਠੀ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਤੋ ਬਾਰ ਗ੍ਰਾਫ ਤੋਂ ਬਾਅਦ ਇਹ ਸਾਡੇ ਕੋਲ ਚੱਕਰ ਗ੍ਰਾਫ ਸੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਇਤ ਚਿੱਤਰ ਦੀ। ਆਇਤ ਚਿੱਤਰ, ਇੱਕ ਆਇਤ ਚਿੱਤਰ ਇੱਕ ਬਾਰ ਗ੍ਰਾਫ ਦੀ ਤਰ੍ਹਾਂ ਹੀ ਹੁੰਦਾ ਹੈ, ਜੋ ਕਿ ਅੰਕੜਿਆਂ ਨੂੰ ਅੰਤਰਾਲ ਵਿੱਚ ਦਰਸਾਉਂਦਾ ਹੈ। ਇਸ ਵਿੱਚ ਅੰਤਰਾਲਾਂ ਨੂੰ ਨਾਲ-ਨਾਲ ਦਿੱਤੇ ਬਾਰ ਨਾਲ ਦਰਸਾਇਆ ਜਾਂਦਾ ਹੈ। ਚਿੱਤਰ 15.4 ਵਿੱਚ ਆਇਤ ਚਿੱਤਰ ਇੱਕ ਖੇਤਰ ਦੇ 40 ਵਿਅਕਤੀਆਂ ਦੇ ਭਾਰ ਦੀ ਵੰਡ ਦਰਸਾਉਂਦਾ ਹੈ। ਠੀਕ ਹੈ, ਇਹ ਸਾਡੇ ਕੋਲ ਇੱਕ ਸਾਰਣੀ ਦਿੱਤੀ ਗਈ ਹੈ ਜਿਹਦੇ ਵਿੱਚ 40 ਵਿਅਕਤੀਆਂ ਦਾ ਭਾਰ ਜਿਹੜਾ ਜੋਖਣ ਤੋਂ ਬਾਅਦ, ਭਾਰ ਨਾਪਣ ਤੋਂ ਬਾਅਦ ਇਸ ਸਾਰਣੀ ਨੂੰ ਤਿਆਰ ਕੀਤਾ ਗਿਆ ਹੈ। ਪਹਿਲਾਂ ਇਸ ਸਾਰਣੀ ਨੂੰ ਅਸੀਂ ਸਮਝਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਗ੍ਰਾਫ ਹੈ ਸਾਨੂੰ ਆਇਤ ਚਿੱਤਰ ਦਿੱਤਾ ਗਿਆ ਹੈ ਉਸ ਦੇ ਬਾਰੇ ਸਮਝਾਂਗੇ। ਠੀਕ ਹੈ, ਭਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਸਾਨੂੰ ਵਰਗ ਅੰਤਰਾਲ ਜਿਹੜੇ ਉਹ ਦਿੱਤੇ ਗਏ ਨੇ। 40 ਤੋਂ 45, 45 ਤੋਂ 50, 50 ਤੋਂ 55, 55 ਤੋਂ 60, 60 ਤੋਂ 65।
ਔਰ ਹੇਠਾਂ ਜਿਹੜੀ ਹੈ ਸਾਨੂੰ ਵਿਅਕਤੀਆਂ ਦੀ ਸੰਖਿਆ ਦਿੱਤੀ ਗਈ ਹੈ। ਹੁਣ ਇਹ ਸਾਰਣੀ ਦਾ ਭਾਵ ਕੀ ਹੈ ਕਿ ਉਹ ਵਿਅਕਤੀ ਜਿਨ੍ਹਾਂ ਦਾ ਭਾਰ 40 ਕਿਲੋਗ੍ਰਾਮ ਤੋਂ 45 ਕਿਲੋਗ੍ਰਾਮ ਤੱਕ ਹੈ, ਇਹਦੇ ਵਿਚਕਾਰ ਹੈ, 41 42 43 ਕੁਝ ਵੀ ਹੋ ਸਕਦਾ ਹੈ, ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 4 ਹੈ। ਇਸ ਤੋਂ ਬਾਅਦ ਉਹ ਵਿਅਕਤੀ ਜਿਨ੍ਹਾਂ ਦਾ ਭਾਰ 45 ਜਾਂ 45 ਤੋਂ ਵੱਧ ਹੈ ਅਤੇ 50 ਤੋਂ ਘੱਟ ਹੈ, 50 ਕਿਲੋਗ੍ਰਾਮ ਤੋਂ ਘੱਟ ਹੈ, ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਕੋਲ 12 ਹੈ। ਇਸ ਤੋਂ ਬਾਅਦ 50 ਕਿਲੋਗ੍ਰਾਮ ਤੋਂ 55 ਕਿਲੋਗ੍ਰਾਮ ਤੱਕ ਵਿਅਕਤੀਆਂ ਦਾ ਜਿਹੜਾ ਭਾਰ ਹੈ ਉਹਨਾਂ ਦੀ ਗਿਣਤੀ 13 ਹੈ। 55 ਤੋਂ 60 ਵਾਲੇ ਵਿਅਕਤੀਆਂ ਦੀ ਸੰਖਿਆ ਜਿਹੜੀ ਉਹ ਸਾਡੇ ਕੋਲ 6 ਹੈ। ਇਸੇ ਤਰ੍ਹਾਂ 60 ਜਾਂ 60 ਕਿਲੋਗ੍ਰਾਮ ਤੋਂ ਵੱਧ ਪਰ 65 ਕਿਲੋਗ੍ਰਾਮ ਤੋਂ ਘੱਟ ਜਿਹੜੇ ਵਿਅਕਤੀਆਂ ਦਾ ਭਾਰ ਹੈ ਉਹਨਾਂ ਦੀ ਸੰਖਿਆ ਜਿਹੜੀ ਹੈ ਉਹ 5 ਹੈ। ਠੀਕ ਹੈ, ਤੋ ਇਸ ਸਾਰਣੀ ਨੂੰ ਜਦੋਂ ਆਇਤ ਚਿੱਤਰ ਦੇ ਵਿੱਚ ਅਸੀਂ ਦਰਸਾਉਣਾ ਹੈ ਤਾਂ ਉਹਦੇ ਲਈ ਅਸੀਂ ਦੇਖ ਸਕਦੇ ਹਾਂ ਕਿਵੇਂ ਇੱਥੇ ਦਰਸਾਇਆ ਗਿਆ ਹੈ। ਤੋ ਜਿਹੜੀ ਲੇਟਵੀਂ ਰੇਖਾ ਹੈ ਸਾਡੇ ਕੋਲ, ਜਿਹਨੂੰ ਅਸੀਂ x ਤੋਂ ਰਾਵੀ ਕਹਿੰਦੇ ਆ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਰ ਨੂੰ ਦਰਸਾਇਆ ਗਿਆ ਹੈ, ਵਿਅਕਤੀਆਂ ਦੇ ਭਾਰ ਨੂੰ ਦਰਸਾਇਆ ਗਿਆ ਹੈ। ਔਰ ਜਿਹੜੀ ਖੜਵੀਂ ਰੇਖਾ ਹੈ ਜਿਹਨੂੰ ਅਸੀਂ y ਤੁਰਾ v ਕਹਿੰਦੇ ਆ, ਇਹਦੇ ਵਿੱਚ ਵਿਅਕਤੀਆਂ ਦੀ ਸੰਖਿਆ ਨੂੰ ਦਰਸਾਇਆ ਗਿਆ ਹੈ। ਜੇਕਰ ਕਿਸੇ ਵਰਗ ਅੰਤਰਾਲ ਦੇ ਵਿੱਚ ਵਿਅਕਤੀਆਂ ਦੀ ਗਿਣਤੀ 2 ਹੈ ਤਾਂ ਉਹਦੇ ਵਿੱਚ ਜਿਹੜਾ ਆਇਤ ਬਣਾਇਆ ਗਿਆ ਹੈ ਉਹ 2 ਤੱਕ ਬਣਾਇਆ ਗਿਆ ਹੈ ਜਾਂ ਬਣਾਇਆ ਜਾਵੇਗਾ। ਜੇਕਰ ਵਿਅਕਤੀਆਂ ਦੀ ਸੰਖਿਆ ਜਿਹੜੀ ਹੈ ਕਿਸੇ ਵਰਗ ਅੰਤਰਾਲ ਦੇ ਵਿੱਚ 6 ਤੱਕ ਹੈ ਤਾਂ ਉਸ ਆਇਤ ਦੀ ਜਿਹੜੀ ਉਚਾਈ ਹੈ ਉਹ 6 ਤੱਕ ਬਣਾਈ ਜਾਏਗੀ। ਇਸੇ ਤਰ੍ਹਾਂ 10 ਹੈ ਤਾਂ 10 ਤੱਕ ਬਣਾਈ ਜਾਏਗੀ। ਠੀਕ ਹੈ, ਇਹ ਜਿਹੜੇ ਆਇਤ ਹੈ ਇਹ ਵੀ ਬਿਲਕੁਲ ਬਾਰ ਗ੍ਰਾਫ ਦੇ ਵਾਂਗ ਜਿਵੇਂ ਬਾਰ ਅਸੀਂ ਬਣਾਏ ਨੇ ਉਸੇ ਢੰਗ ਦੇ ਨਾਲ ਇਹ ਬਣਾਏ ਜਾਂਦੇ ਨੇ, ਪਰ ਇਹਦੇ 'ਚ ਜਿਹੜੇ ਸਾਰੇ ਬਾਰ ਨੇ ਉਹ ਇੱਕ ਦੂਸਰੇ ਦੇ ਬਿਲਕੁਲ ਨਾਲ ਹੀ ਬਣਾਏ ਜਾਂਦੇ ਨੇ, ਲਗਾਤਾਰ ਬਣਾਏ ਜਾਂਦੇ ਨੇ। ਜਦ ਕਿ ਬਾਰ ਗ੍ਰਾਫ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਬਾਰ ਹੈ ਉਹਨਾਂ ਦੇ ਵਿਚਕਾਰ ਜਿਹੜੀ ਇੱਥੇ ਦੂਰੀ ਵੀ ਕੁਛ ਨਾ ਕੁਛ ਜਿਹੜੀ ਉਹ ਸਾਡੇ ਕੋਲ ਹੁੰਦੀ ਹੈ। ਠੀਕ ਹੈ, ਆਇਤ ਚਿੱਤਰ ਦੇ ਵਿੱਚ ਇਹ ਦੂਰੀ ਨਹੀਂ ਹੁੰਦੀ, ਸਾਰੇ ਬਾਰ ਜਿਹੜੇ ਉਹ ਨਾਲ ਦੀ ਨਾਲ ਹੀ ਬਣਦੇ ਹਨ। ਠੀਕ ਹੈ, ਤੋ ਇਹਨੂੰ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਤੋ ਇਸ ਆਇਤ ਚਿੱਤਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ 40 ਕਿਲੋਗ੍ਰਾਮ ਤੋਂ 45 ਕਿਲੋਗ੍ਰਾਮ ਦਾ ਸਾਡੇ ਕੋਲ ਵਰਗ ਅੰਤਰਾਲ ਹੈ, ਇਹਦੇ ਵਿੱਚ ਇਹਦੇ ਉੱਪਰ ਜਿਹੜਾ ਆਇਤ ਬਣਾਇਆ ਗਿਆ ਹੈ ਉਸ ਆਇਤ ਦੀ ਜਿਹੜੀ ਉਚਾਈ ਹੈ ਉਹ 4 ਤੱਕ ਹੈ, ਸੰਖਿਆ 4 ਤੱਕ। ਇਹਦਾ ਭਾਵ ਹੈ ਕਿ 40 ਤੋਂ 45 ਕਿਲੋਗ੍ਰਾਮ ਤੱਕ ਦੇ ਜਿਹੜੇ ਸਾਡੇ ਕੋਲ ਵਿਅਕਤੀ ਹਨ ਜਿਨ੍ਹਾਂ ਦਾ ਭਾਰ 40 ਕਿਲੋਗ੍ਰਾਮ ਤੋਂ 45 ਕਿਲੋਗ੍ਰਾਮ ਤੱਕ ਹੈ, ਉਹਨਾਂ ਦੀ ਗਿਣਤੀ ਕਿੰਨੀ ਹੈ? 4 ਹੈ। ਠੀਕ ਹੈ, ਇਸੇ ਢੰਗ ਦੇ ਨਾਲ 45 ਤੋਂ 50 ਵਾਲਿਆਂ ਨੂੰ ਇਸ ਆਇਤ ਦੇ ਨਾਲ ਜਿਹੜਾ ਦਰਸਾਇਆ ਗਿਆ ਹੈ, ਇਸ ਦੀ ਉਚਾਈ ਅਸੀਂ ਦੇਖ ਸਕਦੇ ਹਾਂ ਇਹ 12 ਤੱਕ ਹੈ। ਇਹਦਾ ਭਾਵ ਹੈ ਕਿ 45 ਕਿਲੋਗ੍ਰਾਮ ਤੋਂ 50 ਕਿਲੋਗ੍ਰਾਮ ਭਾਰ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਸਾਡੇ ਕੋਲ 12 ਹੈ। ਠੀਕ ਹੈ, ਇੱਥੇ ਅਸੀਂ ਲਿਖ ਦਿੰਦੇ ਹਾਂ 4, ਇੱਥੇ ਅਸੀਂ ਲਿਖ ਸਕਦੇ ਹਾਂ 12। ਇਸੇ ਢੰਗ ਦੇ ਨਾਲ ਉਹ ਵਿਅਕਤੀਆਂ ਦੀ ਗਿਣਤੀ ਜਿਨ੍ਹਾਂ ਦਾ ਭਾਰ 50 ਕਿਲੋਗ੍ਰਾਮ ਤੋਂ 55 ਕਿਲੋਗ੍ਰਾਮ ਤੱਕ ਹੈ, ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਸਾਨੂੰ ਇਹ ਵਾਲੀ ਆਇਤ ਦੀ ਜਿਹੜੀ ਉਚਾਈ ਉਹ ਦੱਸਦੀ ਹੈ ਕਿ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਕੋਲ 13 ਹੈ, ਕਿਉਂਕਿ ਇਸ ਦੀ ਉਚਾਈ ਅਸੀਂ ਦੇਖ ਸਕਦੇ ਹਾਂ 12 ਅਤੇ 14 ਦੇ ਬਿਲਕੁਲ ਵਿਚਕਾਰ ਹੈ ਸਾਡੇ ਕੋਲ, ਤੇ ਇਹ ਜਿਹੜਾ ਬਿੰਦੂ ਹੈ ਸਾਡੇ ਕੋਲ 13 ਨੂੰ ਦਰਸਾਏਗਾ। ਇਸੇ ਢੰਗ ਦੇ ਨਾਲ 55 ਤੋਂ 60 ਤੱਕ ਦੇ ਜਿਹੜੇ ਵਿਅਕਤੀਆਂ ਦੀ ਗਿਣਤੀ ਹੈ, 55 ਕਿਲੋਗ੍ਰਾਮ ਤੋਂ 60 ਕਿਲੋਗ੍ਰਾਮ ਭਾਰ ਵਾਲੇ ਵਿਅਕਤੀਆਂ ਦੀ ਗਿਣਤੀ ਜਿਹੜੀ ਉਹ ਸਾਡੇ ਕੋਲ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ 6 ਤੱਕ ਇਹਦੀ ਉਚਾਈ ਹੈ ਇਸ ਬਾਰ ਦੀ। ਤੋ ਇਸੇ ਤੋਂ ਬਾਅਦ 60 ਤੋਂ 65 ਕਿਲੋਗ੍ਰਾਮ ਭਾਰ ਵਾਲੇ ਵਿਅਕਤੀਆਂ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਕੋਲ 4 ਅਤੇ 6 ਦੇ ਵਿਚਕਾਰ ਭਾਵ ਕੇ 5 ਹੈ। ਠੀਕ ਹੈ, ਤੋ ਇਸ ਢੰਗ ਦੇ ਨਾਲ ਜਾਣਕਾਰੀ ਜਿਹੜੀ ਉਹ ਗ੍ਰਾਫ ਦੇ ਉੱਤੇ ਦਰਸਾਈ ਜਾ ਸਕਦੀ ਹੈ ਤੇ ਆਇਤ ਚਿੱਤਰ ਦੇ ਨਾਲ ਦਰਸਾਈ ਜਾ ਸਕਦੀ ਹੈ, ਤੇ ਅਸੀਂ ਬੜੇ ਸੌਖੇ ਢੰਗ ਦੇ ਨਾਲ ਇਥੋਂ ਦੇਖ ਕੇ ਚੀਜ਼ ਨੂੰ ਬਹੁਤ ਆਸਾਨੀ ਦੇ ਨਾਲ ਸਮਝ ਸਕਦੇ ਹਾਂ। ਇਹਦੇ ਵਿੱਚ ਇੱਕ ਤੁਸੀਂ ਇਹ ਦੇਖ ਸਕਦੇ ਹੋ ਚਿੱਤਰ 15.4 ਵਿੱਚ ਇੱਕ ਟੇਢੀ ਮੇਢੀ ਰੇਖਾ ਹੈ। ਇਹ ਜਿਹੜੀ ਰੇਖਾ ਹੈ ਇਹਦੀ ਆਪਾਂ ਗੱਲ ਇੱਥੇ ਕਰ ਰਹੇ ਹਾਂ, ਟੇਢੀ ਮੇਢੀ ਰੇਖਾ, ਇਹ ਕਿਸ ਚੀਜ਼ ਨੂੰ ਦਰਸਾਉਂਦੀ ਹੈ? ਟੇਢੀ ਮੇਢੀ ਰੇਖਾ ਪ੍ਰਯੋਗ ਕੀਤੀ ਗਈ ਹੈ ਜੋ ਇਹ ਦੱਸਦੀ ਹੈ ਕਿ ਲੇਟਵੇਂ ਧੁਰੇ ਉੱਤੇ ਅਸੀਂ 0 ਤੋਂ 63 ਦੀਆਂ ਸੰਖਿਆਵਾਂ ਨਹੀਂ ਦਿਖਾਈਆਂ ਹਨ। ਤੁਸੀਂ ਦੇਖ ਸਕਦੇ ਹੋ ਇੱਥੇ 0 ਤੋਂ ਬਾਅਦ ਅਸੀਂ ਸਿੱਧਾ ਜਿਹੜੀ ਸੰਖਿਆ ਹੈ ਉਹ 40 ਯੂਜ਼ ਕੀਤੀ ਹੈ, 40 ਤੋਂ ਬਾਅਦ 45, 50, 5 ਦੇ ਫਰਕ ਦੇ ਨਾਲ ਅੱਗੇ ਸੰਖਿਆਵਾਂ ਅਸੀਂ ਲਈਆਂ ਨੇ। ਤੋ ਇਹਦੇ ਵਿਚਕਾਰ 0 ਤੋਂ 30, 0 ਤੋਂ 40 ਤੱਕ ਦੀਆਂ ਸੰਖਿਆਵਾਂ ਅਸੀਂ ਇੱਥੇ ਨਹੀਂ ਦਰਸਾਈਆਂ ਨੇ। ਤੋ ਇਹ ਟੇਢੀ ਮੇਢੀ ਰੇਖਾ ਸਾਨੂੰ ਇਹੀ ਚੀਜ਼ ਦੱਸਦੀ ਹੈ ਕਿ ਇੱਥੇ ਕੁਝ ਇਹੋ ਜਿਹੀਆਂ ਕੀਮਤਾਂ ਨੇ ਜਿਹੜੀਆਂ ਨਹੀਂ ਦਰਸਾਈਆਂ ਗਈਆਂ ਹਨ। ਠੀਕ ਹੈ ਵਿਦਿਆਰਥੀਓ, ਤੋ ਇਸ ਗ੍ਰਾਫ ਨੂੰ ਦੇਖ ਕੇ ਅਸੀਂ ਬੜੀ ਆਸਾਨੀ ਦੇ ਨਾਲ ਇਹ ਦੱਸ ਸਕਦੇ ਹਾਂ ਕਿ 55 ਕਿਲੋਗ੍ਰਾਮ ਤੋਂ 50 ਕਿਲੋਗ੍ਰਾਮ ਤੱਕ ਦੇ ਵਿਅਕਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਜਦ ਕਿ 40 ਕਿਲੋਗ੍ਰਾਮ ਤੋਂ 45 ਕਿਲੋਗ੍ਰਾਮ ਭਾਰ ਵਾਲੇ ਵਿਅਕਤੀਆਂ ਦੀ ਗਿਣਤੀ ਜਿਹੜੀ ਉਹ ਸਭ ਤੋਂ
ਘੱਟ ਹੈ ਜੋ ਕਿ 4 ਹੈ। ਇਸ ਤੋਂ ਇਲਾਵਾ 50 ਕਿਲੋਗ੍ਰਾਮ ਅਤੇ 55 ਕਿਲੋਗ੍ਰਾਮ ਤੋਂ ਘੱਟ ਜੇਕਰ ਅਸੀਂ ਗੱਲ ਕਰੀਏ 45 ਤੋਂ 50 ਤੱਕ 20 ਵਿਅਕਤੀਆਂ ਦੀ ਗਿਣਤੀ ਜਿਹੜੀ ਉਹ ਕਾਫੀ ਹੈ ਸਾਡੇ ਕੋਲ, ਜੋ ਕਿ 12 ਹੈ, ਪਰ ਸਭ ਤੋਂ ਵੱਧ 13 ਹੈ। 13 ਤੋਂ ਇੱਥੇ ਗਿਣਤੀ ਜਿਹੜੀ ਉਹ ਇੱਕ ਘਟ ਜਾਂਦੀ ਹੈ। ਠੀਕ ਹੈ ਵਿਦਿਆਰਥੀਓ, ਤੋਂ ਇਹਦੇ ਨਾਲ ਅਸੀਂ ਜਿਹੜਾ ਆਇਤ ਚਿੱਤਰ ਨੂੰ ਜਿਹੜਾ ਉਹ ਪੜ੍ਹਨਾ ਅੱਜ ਸਿੱਖਿਆ ਹੈ ਕਿ ਆਇਤ ਚਿੱਤਰ ਤੋਂ ਅਸੀਂ ਕਿਵੇਂ ਅਸੀਂ ਆਇਤ ਚਿੱਤਰ ਦੇ ਨਾਲ ਪਹਿਲਾਂ ਦਰਸਾ ਸਕਦੇ ਹਾਂ ਤੇ ਆਇਤ ਚਿੱਤਰ ਨੂੰ ਦੇਖ ਕੇ ਅਸੀਂ ਕਿਵੇਂ ਉੱਥੋਂ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਵੀ ਕਰ ਸਕਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਅੱਜ ਦੇ ਲੈਸਨ ਦੇ ਵਿੱਚ ਅਸੀਂ ਚੌਥਾ ਗ੍ਰਾਫ ਜਿਹੜਾ ਹੈ ਉਹਦੇ ਬਾਰੇ ਚਰਚਾ ਕਰਾਂਗੇ, ਜੋ ਕਿ ਇਸ ਅਧਿਆਇ ਦੇ ਵਿੱਚ ਮੁੱਖ ਤੌਰ ਤੇ ਜਿਹਨੂੰ ਅਸੀਂ ਕਰਨਾ ਹੈ ਇਹ ਹੈ ਸਾਡੇ ਕੋਲ ਰੇਖਾ ਗ੍ਰਾਫ, ਲਾਈਨ ਗ੍ਰਾਫ। ਠੀਕ ਹੈ, तो सब तो पहला ਅਸੀਂ देखते हैं कि रेखा ग्राफ ਦੇ ਵਿੱਚ ਕਿਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਕਿਸ ਤਰ੍ਹਾਂ ਦਾ ਇਸ ਨੂੰ ਅਸੀਂ ਕਿਸ ਢੰਗ ਦੇ ਨਾਲ ਦਰਸਾਉਂਦੇ ਹਾਂ। ਇੱਕ ਰੇਖਾ ਗ੍ਰਾਫ ਇਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦਾ ਹੈ ਜੋ ਸਮੇਂ ਦੇ ਨਾਲ-ਨਾਲ ਲਗਾਤਾਰ ਬਦਲਦੇ ਰਹਿੰਦੇ ਹਨ। ਜਦ ਰੇਨੂ ਬਿਮਾਰ ਹੋਈ ਸੀ ਤਾਂ ਉਸ ਦੇ ਡਾਕਟਰ ਨੇ 4-4 ਘੰਟੇ ਬਾਅਦ ਉਸ ਦੇ ਸਰੀਰਕ ਤਾਪਮਾਨ ਦਾ ਰਿਕਾਰਡ ਕੀਤਾ। ਇਹ ਇੱਕ ਗ੍ਰਾਫ ਦੇ ਰੂਪ ਵਿੱਚ ਸੀ। ਅਸੀਂ ਇਸ ਨੂੰ ਸਮਾਂ ਤਾਪਮਾਨ ਦਾ ਗ੍ਰਾਫ ਵੀ ਕਹਿ ਸਕਦੇ ਹਾਂ। ਇਹ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਗਏ ਅੰਕੜਿਆਂ ਦਾ ਚਿੱਤਰ ਰੂਪ ਵਿੱਚ ਪ੍ਰਦਰਸ਼ਨ ਹੈ। ਸਭ ਤੋਂ ਪਹਿਲਾਂ ਆਪਾਂ ਸਾਰਣੀ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਦੇਖਦੇ ਹਾਂ। ਇਸ ਤੋਂ ਬਾਅਦ ਕਿਵੇਂ ਇਹਨੂੰ ਗ੍ਰਾਫ ਦੇ ਉੱਤੇ ਦਰਸਾਇਆ ਗਿਆ ਉਹਦੇ ਉੱਤੇ ਅਸੀਂ ਚਰਚਾ ਕਰਾਂਗੇ। ਠੀਕ ਹੈ, ਤੋ ਸਮਾਂ ਜਿਹੜਾ ਸਭ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ 6 ਵਜੇ ਸਵੇਰ, ਫਿਰ 10 ਵਜੇ ਸਵੇਰ, ਫਿਰ 2 ਵਜੇ ਦੁਪਹਿਰ, ਫਿਰ 6 ਵਜੇ ਸ਼ਾਮ। ਤੋ ਇਹ ਸਾਡੇ ਕੋਲ ਉਹ ਸਮਾਂ ਸੀ ਜਦੋਂ ਡਾਕਟਰ ਨੇ ਜਿਹੜਾ ਤਾਪਮਾਨ ਹੈ ਰੇਨੂ ਦਾ ਉਹ ਚੈੱਕ ਕੀਤਾ ਸੀ। तो तापमान 6 बजे 37 डिग्री सैल्सीਅਸ ਸੀ। ਉਸ ਤੋਂ ਬਾਅਦ 10 ਵਜੇ ਸਵੇਰੇ 40 डिग्री सैल्सीਅਸ, 2 ਵਜੇ ਦੁਪਹਿਰ ਨੂੰ ਜਦੋਂ ਤਾਪਮਾਨ ਨੋਟ ਕੀਤਾ ਗਿਆ ਤਾਂ ਉਹ 38 डिग्री सैल्सीਅਸ ਸੀ, ਜਦਕਿ 6 ਵਜੇ ਸ਼ਾਮ ਨੂੰ ਜਿਹੜਾ ਤਾਪਮਾਨ ਸੀ ਉਹ 35 डिग्री सैल्सीਅਸ। ਸਵੇਰ ਦੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਡਾਕਟਰ ਨੇ 4 ਵਾਰ ਜਿਹੜਾ ਟੈਂਪਰੇਚਰ ਹੈ ਤਾਪਮਾਨ ਉਹ ਰੇਨੂ ਦਾ ਰਿਕਾਰਡ ਕੀਤਾ। ਇਸ ਤੋਂ ਬਾਅਦ ਫਿਰ ਕਿਵੇਂ ਇਹਨੂੰ ਇਹ ਸਾਰੇ ਅੰਕੜਿਆਂ ਨੂੰ ਕਿਵੇਂ ਗ੍ਰਾਫ ਦੇ ਉੱਤੇ ਡਾਕਟਰ ਵੱਲੋਂ ਦਰਸਾਇਆ ਗਿਆ ਉਹ ਆਪਾਂ ਦੇਖਦੇ ਹਾਂ। तो ये साडे कोल ग्राफ है, ये साडे कोल सारणी है। तो ग्राफ ਦੇ ਵਿੱਚ x ਤੁਰਾ ਜਿਹੜਾ ਸਾਡੇ ਕੋਲ ਲੇਟਵਾਂ ਤੁਰਾ ਹੈ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਸਮੇਂ ਨੂੰ ਜਿਹੜਾ ਦਰਸਾਇਆ ਗਿਆ ਹੈ। ਠੀਕ ਹੈ ਨਾ, 6 ਵਜੇ ਸਵੇਰੇ, 10 ਵਜੇ ਸਵੇਰੇ, 2 ਵਜੇ ਦੁਪਹਿਰ, 6 ਵਜੇ ਸ਼ਾਮ। ਇਸੇ ਢੰਗ ਦੇ ਨਾਲ ਜਿਹੜਾ ਖੜਵਾਂ ਸਾਡੇ ਕੋਲ ਤੁਰਾ ਹੈ y ਤੁਰਾ ਜਿਹਨੂੰ ਅਸੀਂ ਬੋਲਦੇ ਹਾਂ, ਇਹਦੇ ਵਿੱਚ ਤਾਪਮਾਨ ਜਿਹੜਾ ਹੈ ਉਹ ਦਰਸਾਇਆ ਗਿਆ ਹੈ ਡਿਗਰੀ ਸੈਲਸੀਅਸ ਦੇ ਵਿੱਚ। ਠੀਕ ਹੈ, और इतने साढ़े कोल टेढ़ी मेढ़ी रेखा भी है क्योंकि 0 डिग्री अगर असीं इहनूं मंनदे हां, ये साढ़े कोल 0 डिग्री है। तो 0 डिग्री तो 30 डिग्री के विचकार दे जिहड़े तापमान दीयां कीमतां ने वो इत्थे नहीं दर्शाईयां गईयां, इस करके इत्थे जिहड़ी रेखा है वो बनाई गई है। ठीक है, तो हुण इत्थे जिहड़े बिंदु लगाए गए हैं वो आपां देख सकते हैं। 6 बजे जदों सवेरे टैंपरेचर जिहड़ा नोट किया गया बॉडी टैंपरेचर तो 37 डिग्री सैल्सीअस सी। ठीक है, तो दूसरी साइड तापमान जिहड़ा वो देख सकते हैं इत्थे साढ़े कोल 37 बनेगा 36 और 38 के विचकार। तो 6 ਦੇ ਸਾਹਮਣੇ ਤੇ 37 ਦੇ ਸਾਹਮਣੇ ਇੱਥੇ ਇਸ ਬਿੰਦੂ ਇਹ ਜਿਹੜਾ ਬਿੰਦੂ ਡਾਕਟਰ ਵੱਲੋਂ ਲਗਾਇਆ ਗਿਆ ਟੈਂਪਰੇਚਰ ਇੱਥੇ ਨੋਟ ਕੀਤਾ ਗਿਆ, ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ 10 ਵਜੇ ਦਾ ਜਿਹੜਾ ਤਾਪਮਾਨ ਸੀ ਉਹ 40 ਡਿਗਰੀ ਸੀ, ਇਸ ਕਰਕੇ 40 ਦੇ ਸਾਹਮਣੇ ਤੇ ਇਧਰੋਂ 10 ਦੇ ਉੱਪਰ ਇਸ ਬਿੰਦੂ ਦੇ ਉੱਤੇ ਇਸ ਜਗ੍ਹਾ ਦੇ ਜਿਹੜਾ ਬਿੰਦੂ ਹੈ ਉਹ ਲਗਾਇਆ ਗਿਆ ਡਾਕਟਰ ਵੱਲੋਂ। ਇਸ ਤੋਂ ਬਾਅਦ ਇਸੇ ਢੰਗ ਦੇ ਨਾਲ 2 ਵਜੇ ਦਾ ਤਾਪਮਾਨ ਤੁਸੀਂ ਦੇਖ ਸਕਦੇ ਹੋ ਇੱਥੇ 38 ਡਿਗਰੀ ਹੈ। ਠੀਕ ਹੈ, 38 ਡਿਗਰੀ ਜਿਹੜਾ ਉਹ 2 ਦੇ ਸਾਹਮਣੇ ਇੱਥੇ ਦਰਸਾਇਆ ਗਿਆ ਹੈ ਬਿੰਦੂ ਦੇ ਨਾਲ। और इसे ढंग के नाल शाम ਨੂੰ 6 ਵਜੇ ਦਾ ਜਿਹੜਾ ਤਾਪਮਾਨ ਹੈ 35 डिग्री है। 34 ਅਤੇ 36 ਦੇ ਵਿਚਕਾਰ 35 डिग्री ਤਾਪਮਾਨ ਹੈ, 35 डिग्री ਸੈਲਸੀਅਸ। तो ਉਹ ਇਸ ਬਿੰਦੂ ਦੇ ਨਾਲ ਦਰਸਾਇਆ ਗਿਆ ਹੈ। ਠੀਕ ਹੈ, ਸੋ ਇਹ ਚਾਰੋਂ ਜਿਹੜੇ ਬਿੰਦੂ ਨੇ ਇਹ ਅਲੱਗ-ਅਲੱਗ ਸਮੇਂ ਦੇ ਉੱਤੇ ਬੋਡੀ ਟੈਂਪਰੇਚਰ ਜਿਹੜਾ ਰੇਨੂ ਦਾ ਹੈ ਉਹਨੂੰ ਦਰਸਾਉਂਦੇ ਨੇ। तो ਅਸੀਂ ਇਹਨੂੰ ਜੁਆਇਨ ਕਰ ਦਿੰਦੇ ਹਾਂ ਇਸ ਬਿੰਦੂ ਨੂੰ ਅਸੀਂ ਇਸ ਦੇ ਨਾਲ ਜੋੜ ਦੇਵਾਂਗੇ ਗ੍ਰਾਫ ਬਣਾਉਣ ਦੇ ਲਈ। और इस तो बाद अगे असीं इत्थे जोड़ देंगे। ठीक है, तो ये साडे कोल इस सारणी दे विच जिहड़े अंकड़े दिते गए ने उसका जिहड़ा ग्राफ है वो तैयार हो जाता है। तो इस ग्राफ दे विच असीं देख सकते हैं सवेरे 6 बजे तो सवेरे 10 बजे तक जिहड़ा टैंपरेचर सी, तापमान सी बॉडी का शरीर का वो लगातार वध रहा सी ते 37 डिग्री सैल्सीअस तो तापमान शुरू होके 10 बजे तक 40 डिग्री सैल्सीअस तक पहुँच गया सी। ठीक है, इस तो बाद अगे जिहड़ा तापमान है वो ग्राफ के मुताबिक जिहड़ा घटना शुरू हो गया। सब तो पहले ਇਹਦੀ ਜਿਹੜੀ ਗਿਰਾਵਟ 2 ਵਜੇ ਜਿਹੜੀ ਨੋਟ ਕੀਤੀ ਗਈ, 2 ਵਜੇ ਦੁਪਹਿਰ ਨੂੰ ਜਿਹੜਾ ਟੈਂਪਰੇਚਰ ਸੀ ਉਹ 38 ਡਿਗਰੀ ਸੈਲਸੀਅਸ ਸੀ। ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਤੱਕ 3 ਡਿਗਰੀ ਸੈਲਸੀਅਸ ਇਹ ਹੋਰ ਘਟ ਕੇ 38 ਤੋਂ 35 ਡਿਗਰੀ ਸੈਲਸੀਅਸ ਰਹਿ ਗਿਆ। ਠੀਕ ਹੈ, ਸੋ ਇਸ ਗ੍ਰਾਫ ਤੋਂ ਜਿਹੜੀ ਸਹਿਜੇ ਹੀ ਡਾਕਟਰ ਨੂੰ ਜਿਹੜੀ ਉਹ ਰੇਨੂ ਦੀ ਸਥਿਤੀ ਦਾ ਜਿਹੜਾ ਉਹ ਪਤਾ ਲੱਗ ਜਾਂਦਾ ਹੈ।
ਤੇ ਕਿਸ ਹਿਸਾਬ ਦੇ ਨਾਲ ਜਿਹੜੀ ਦਵਾਈ ਹੈ ਉਹ ਰੇਨੂ ਨੂੰ ਦੇਣੀ ਚਾਹੀਦੀ ਹੈ, ਇਹ ਡਿਸਾਈਡ ਕਰਨ ਦੇ ਵਿੱਚ ਗ੍ਰਾਫ ਜਿਹੜਾ ਹੈ ਉਹ ਡਾਕਟਰ ਦੀ ਮਦਦ ਕਰੇਗਾ। ਠੀਕ ਹੈ, ਸਹਿਜੇ ਹੀ ਆਰਾਮ ਦੇ ਨਾਲ ਸਾਨੂੰ ਗ੍ਰਾਫ ਤੋਂ ਦੇਖ ਕੇ ਪਤਾ ਚੱਲ ਜਾਂਦਾ ਹੈ 10 ਵਜੇ ਤੱਕ ਬੋਡੀ ਟੈਂਪਰੇਚਰ ਜਿਹੜਾ ਇਨਕਰੀਜ਼ ਕੀਤਾ, ਵਧਿਆ, ਤੇ ਉਸ ਤੋਂ ਬਾਅਦ ਇਹ ਲਗਾਤਾਰ ਜਿਹੜਾ ਘਟਣਾ ਸ਼ੁਰੂ ਹੋਇਆ। ਸ਼ਾਮ ਦੇ 6 ਵਜੇ ਤੱਕ ਬੋਡੀ ਟੈਂਪਰੇਚਰ ਜਿਹੜਾ ਉਹ 35 ਡਿਗਰੀ ਸੈਲਸੀਅਸ ਆ ਚੁੱਕਾ ਸੀ। ਠੀਕ, ਸੋ ਅੱਜ ਦੇ ਇਸ ਲੈਸਨ ਵਿੱਚ ਜਿਹੜੇ ਗ੍ਰਾਫਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਉਹ ਅਸੀਂ ਇੱਕ ਵਾਰ ਫਿਰ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਬਾਰ ਗ੍ਰਾਫ ਤੋਂ ਜਿਹੜੀ ਸ਼ੁਰੂਆਤ ਕੀਤੀ ਸੀ। ਬਾਰ ਗ੍ਰਾਫ ਜਿਹੜਾ ਵੱਖ-ਵੱਖ ਸ਼੍ਰੇਣੀਆਂ ਦੀ ਤੁਲਨਾ ਦੇ ਕੰਮ ਆਉਂਦਾ ਹੈ, ਤੇ ਇਹਦੇ ਵਿੱਚ ਅਸੀਂ ਇੱਕ ਸਟੂਡੈਂਟ ਦੇ, ਇੱਕ ਵਿਦਿਆਰਥੀ ਦੇ ਗਣਿਤ ਦੇ ਵਿੱਚ ਕਿਵੇਂ, ਗਣਿਤ ਦੇ ਵਿਸ਼ੇ ਦੇ ਵਿੱਚ ਕਿਵੇਂ ਉਹਨੇ ਸੁਧਾਰ ਕੀਤਾ, ਆਪਣੇ 3 ਪ੍ਰੀਖਿਆਵਾਂ ਦੇ ਵਿੱਚ ਉਹਦੇ ਜਿਹੜੇ ਅੰਕ ਪ੍ਰਾਪਤ ਉਹਨੇ ਕੀਤੇ ਸਨ ਉਹਨਾਂ ਨੂੰ ਬਾਰ ਗ੍ਰਾਫ ਦੇ ਨਾਲ, ਇੱਥੇ ਛੜਾਂ ਦੇ ਨਾਲ ਦਰਸਾਇਆ ਗਿਆ, ਜਿਹਦੇ ਤੋਂ ਬੜੀ ਆਸਾਨੀ ਦੇ ਨਾਲ ਪਤਾ ਲੱਗਦਾ ਹੈ ਕਿ ਬੱਚਾ ਜਿਹੜਾ ਹੈ ਉਹ ਮਿਹਨਤ ਕਰ ਰਿਹਾ ਹੈ ਤੇ ਅੱਗੇ ਤੋਂ ਅੱਗੇ ਆਪਣੇ ਵਿਸ਼ੇ ਦੇ ਵਿੱਚ ਜਿਹੜਾ ਸੁਧਾਰ ਵੀ ਕਰ ਰਿਹਾ ਹੈ। ਠੀਕ ਹੈ, ਇਸ ਤੋਂ ਬਾਅਦ ਬਾਰ ਗ੍ਰਾਫ ਦੀ ਹੀ ਮਦਦ ਦੇ ਨਾਲ ਕਿਵੇਂ ਅਸੀਂ 2 ਦਿਨਾਂ ਦੀ ਫਲਾਂ ਦੀ ਵਿਕਰੀ ਦੀ ਆਪਸ ਦੇ ਵਿੱਚ ਤੁਲਨਾ ਕੀਤੀ ਹੋਈ, ਤੁਲਨਾ ਤੋਂ ਕਿਵੇਂ ਅਸੀਂ ਜਾਣਕਾਰੀ ਪ੍ਰਾਪਤ ਕੀਤੀ, ਉਹਦੇ ਬਾਰੇ ਅਸੀਂ ਚਰਚਾ ਕੀਤੀ। ਠੀਕ ਹੈ, ਤਾਂ ਕਿਵੇਂ ਬਾਰ ਗ੍ਰਾਫ ਨੂੰ ਪੜ੍ਹਨਾ ਹੈ ਉਹ ਅਸੀਂ ਅੱਜ ਦੇ ਇਸ ਲੈਸਨ ਵਿੱਚ ਸਿੱਖਿਆ। ਇਸ ਤੋਂ ਬਾਅਦ ਚੱਕਰ ਗ੍ਰਾਫ ਜਾਂ ਪਾਈ ਗ੍ਰਾਫ ਦੇ ਵਿੱਚ ਅਸੀਂ ਦੇਖਿਆ ਸੀ ਕਿ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ ਨੂੰ ਦਰਸ਼ਕਾਂ ਦੀ ਕਿੰਨੀ ਪ੍ਰਤੀਸ਼ਤਤਾ ਕਿਸ ਮੰਤਵ ਦੇ ਲਈ ਦੇਖਦੀ ਹੈ, ਉਹਦੇ ਬਾਰੇ ਆਪਾਂ ਚਰਚਾ ਕੀਤੀ ਸੀ। ਇਸ ਤੋਂ ਬਾਅਦ ਅਸੀਂ ਆਇਤ ਚਿੱਤਰ ਦੇ ਬਾਰੇ ਅੱਜ ਦੇ ਇਸ ਲੈਸਨ ਵਿੱਚ ਪੜ੍ਹਿਆ ਕਿ ਕਿਵੇਂ ਅਸੀਂ ਦਿੱਤੀ ਹੋਈ ਜਾਣਕਾਰੀ ਨੂੰ ਪਹਿਲਾਂ ਸਾਰਣੀ ਦੇ ਵਿੱਚ ਦਰਸਾ ਸਕਦੇ ਹਾਂ, ਤੇ ਉਸ ਸਾਰਣੀ ਦੀ ਮਦਦ ਦੇ ਨਾਲ ਫਿਰ ਅਸੀਂ ਆਇਤ ਚਿੱਤਰ ਜਿਹੜਾ ਖਿੱਚ ਸਕਦੇ ਹਾਂ। ਲਗਾਤਾਰ ਵਰਗ ਅੰਤਰਾਲਾਂ ਦੇ ਸੰਗਤ ਆਇਤਾਂ ਦੇ ਨਾਲ ਅਸੀਂ ਜਾਣਕਾਰੀ ਨੂੰ ਦਰਸਾ ਸਕਦੇ ਹਾਂ, ਤੇ ਇਸ ਦਰਸਾਈ ਹੋਈ ਜਾਣਕਾਰੀ ਤੋਂ ਜਦੋਂ ਵੀ ਲੋੜ ਸਾਨੂੰ ਹੋਵੇ, ਲੋੜ ਪੈਣ ਤੇ ਅਸੀਂ ਇਸ ਤੋਂ ਜਾਣਕਾਰੀ ਬੜੀ ਆਸਾਨੀ ਦੇ ਨਾਲ ਗ੍ਰਾਫ ਨੂੰ ਦੇਖ ਕੇ ਉਸ ਤੋਂ ਇਕੱਠੀ ਵੀ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਰੇਖਾ ਗ੍ਰਾਫ ਦੇ ਬਾਰੇ ਪੜ੍ਹਿਆ। ਰੇਖਾ ਗ੍ਰਾਫ ਵਿੱਚ ਅਸੀਂ ਦੇਖਿਆ ਕਿਵੇਂ ਡਾਕਟਰ ਨੇ ਰੇਨੂ ਦੇ 4-4 ਘੰਟਿਆਂ ਬਾਅਦ ਜਿਹੜੇ ਬਾਡੀ ਦੇ ਟੈਂਪਰੇਚਰ ਨੂੰ ਨੋਟ ਕੀਤਾ ਤੇ ਨੋਟ ਕਰਕੇ ਉਸ ਨੂੰ ਰੇਖਾ ਗ੍ਰਾਫ ਦੇ ਉੱਤੇ ਦਰਸਾਇਆ। ਠੀਕ ਹੈ, ਔਰ ਇਹਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਬੜੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਕਿ ਕਿਸ ਸਮੇਂ ਰੇਨੂ ਦੀ ਜਿਹੜੀ ਬਾਡੀ ਹੈ, ਸਰੀਰ ਹੈ, ਉਹਦੀ ਹਾਲਤ ਵਿਗੜ ਰਹੀ ਹੈ, ਉਹ ਗਰਮ ਹੋ ਰਹੀ ਹੈ, ਟੈਂਪਰੇਚਰ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ, ਉਸ ਦੇ ਅਨੁਸਾਰ ਉਸ ਦਾ ਇਲਾਜ ਕਰਨਾ ਡਾਕਟਰ ਵਾਸਤੇ ਬਹੁਤ ਜ਼ਿਆਦਾ ਸੌਖਾ ਜਿਹੜਾ ਉਹ ਹੋ ਜਾਏਗਾ। ਠੀਕ ਹੈ ਵਿਦਿਆਰਥੀਓ, ਸੋ ਮੈਨੂੰ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ, ਹਰ ਇੱਕ ਚੀਜ਼ ਨੂੰ ਨੋਟ ਵੀ ਕੀਤਾ ਹੋਵੇਗਾ। ਚਾਰੋਂ ਤਰ੍ਹਾਂ ਦੇ ਜਿਹੜੇ ਗ੍ਰਾਫ ਜਿਹੜੇ ਅੱਜ ਅਸੀਂ ਡਿਸਕਸ ਕੀਤੇ ਨੇ, ਕਿਵੇਂ ਉਹਨਾਂ ਨੂੰ ਅਸੀਂ ਬਣਾ ਸਕਦੇ ਹਾਂ ਜਾਂ ਬਣੇ ਹੋਏ ਗ੍ਰਾਫਾਂ ਤੋਂ ਕਿਵੇਂ ਅਸੀਂ ਜਾਣਕਾਰੀ ਜਿਹੜੀ ਉਹ ਇਕੱਠੀ ਕਰ ਸਕਦੇ ਹਾਂ, ਇਹ ਅਸੀਂ ਅੱਜ ਦੇ ਲੈਸਨ ਵਿੱਚ ਸਿੱਖਿਆ। ਇਹ ਲੈਸਨ ਤੁਹਾਡੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਦੋਂ ਅਸੀਂ ਇਹਨਾਂ ਦੇ ਨਾਲ ਸੰਬੰਧਿਤ, ਇਹਨਾਂ ਤੇ ਆਧਾਰਿਤ ਜਿਹੜੇ ਸਵਾਲ ਹੈ ਉਹ ਹੱਲ ਕਰਾਂਗੇ, ਉੱਥੇ ਤੁਹਾਨੂੰ ਇਹ ਬਹੁਤ ਜ਼ਿਆਦਾ ਸਹਾਈ ਹੋਣਗੇ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਲਈ ਇੰਨਾ ਹੀ। ਫਿਰ ਆਪਾਂ ਮਿਲਾਂਗੇ ਅਗਲੇ ਲੈਸਨ ਦੇ ਵਿੱਚ ਇਸੇ ਹੀ ਵਿਸ਼ੇ ਦੇ ਨਾਲ ਸੰਬੰਧਿਤ ਹੋਰ ਸਵਾਲਾਂ ਨੂੰ ਲੈ ਕੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ। ਠੀਕ ਹੈ ਵਿਦਿਆਰਥੀਓ, ਤੋਂ ਮਿਲਦੇ ਹਾਂ ਅਗਲੇ ਲੈਸਨ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।